biggest South Asian media group, Y Media. Hello everyone, my name is Yudhir Jaswal. I am the group editor at Y Media. Y Media Group ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y Media ਮੈਂ ਯੁਧੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੋ ਹਾਲ ਹੀ ਦੇ ਵਿੱਚ ਰਾਮ ਜਨਮ ਭੂਮੀ ਬਹੁਤ ਦੇਰ ਤੋਂ ਇਹਦੀ ਚਰਚਾ ਚੱਲ ਰਹੀ ਸੀਗੀ। ਫਾਈਨਲੀ ਰਾਮ ਮੰਦਿਰ ਬਣ ਚੁੱਕਾ ਹੈਗਾ ਉੱਥੇ ਰਾਮ ਜਨਮ ਭੂਮੀ ਦੇ ਉੱਤੇ। ਇਹ ਬੜਾ ਪੁਰਾਣਾ ਵਿਵਾਦ ਅਸੀਂ ਕਹਿ ਸਕਦੇ ਹਾਂ ਕਿ ਲਗਭਗ 500 ਸਾਲ ਤੋਂ ਜਿਹੜਾ ਵਿਵਾਦ ਹੈ ਉਹ ਚੱਲ ਰਿਹਾ ਸੀਗਾ ਰਾਮ ਜਨਮ ਭੂਮੀ ਔਰ ਬਾਬਰੀ ਮਸਜਿਦ ਦੇ ਵਿੱਚ ਇਹ ਵਿਵਾਦ ਚੱਲ ਰਿਹਾ ਸੀਗਾ। ਸੋ ਬਹੁਤ ਸਾਰੇ ਲੋਕਾਂ ਨੂੰ ਮੈਂ ਰੀਸੈਂਟਲੀ ਦੱਸਿਆ ਵੀ ਹੈਗਾ, ਸਾਡੇ ਇੱਥੇ ਚੈਨਲ ਵਾਈ ਦੇ ਉੱਤੇ ਵੀ, ਰੇਡੀਓ ਵਾਈ ਦੇ ਉੱਤੇ ਵੀ ਅਸੀਂ ਕਾਫੀ ਡਿਸਕਸ਼ਨ ਕੀਤੀ ਹੈ ਕਿ ਇਹਦੀ ਬੈਕਗਰਾਊਂਡ ਕੀ ਹੈਗੀ ਹੈ ਔਰ ਬੜੇ ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ। ਤੁਹਾਡੇ ਵੱਲੋਂ ਬਹੁਤ ਵਧੀਆ ਇਹਦੀ ਫੀਡਬੈਕ ਵੀ ਆਈ ਹੈ, ਇਹਦੇ ਲਈ ਮੈਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ। ਉਹ ਅੱਜ ਅਸੀਂ ਮੂਵਿੰਗ ਫਾਰਵਰਡ ਅਸੀਂ ਦੇਖਾਂਗੇ ਕਿ ਇਹਦਾ ਕੀ ਇੰਪਲੀਕੇਸ਼ਨਸ ਕੀ ਹੈ। ਕਿਆ ਇਹਦਾ ਕੋਈ ਪੋਲੀਟੀਕਲ ਫਾਇਦਾ ਵੀ ਬੀਜੇਪੀ ਨੂੰ ਹੋ ਸਕਦਾ ਹੈ? ਕਿਆ ਕਾਂਗਰਸ ਨੂੰ ਉੱਥੇ ਨਾ ਜਾਣ ਦਾ ਕੋਈ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ? ਸੋ ਇੰਡੀਆ ਨੂੰ ਓਵਰਆਲ ਅਸੀਂ ਅਸੈਸ ਕਰਨਾ ਚਾਹਾਂਗੇ ਕੋਈ ਫਾਇਦਾ ਹੋਏਗਾ, ਨੁਕਸਾਨ ਹੋਏਗਾ। ਬਟ ਪਿਛਲੇ ਕੁਝ ਦਿਨਾਂ ਤੋਂ ਕਿਉਂਕਿ ਜਦੋਂ ਇਹ ਰਾਮ ਮੰਦਿਰ ਦੀ ਜਿਹੜੀ ਇਨੋਗ੍ਰੇਸ਼ਨ ਆ, ਪ੍ਰਾਣ ਪ੍ਰਤਿਸ਼ਠਾ ਦਿਵਸ ਜਿਹੜਾ ਉੱਥੇ ਹੋਇਆ ਹੈ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਹਜੇ ਵੀ ਬਰਕਰਾਰ ਨੇ। ਸੋ ਉਹਨਾਂ ਸਵਾਲਾਂ ਨੂੰ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਵਾਲ ਕਿਹੜੇ ਨੇ, ਉਹਨਾਂ ਦੇ ਕੀ ਜਵਾਬ ਹੈ। ਔਰ ਇਹਦੀ ਕਿਉਂਕਿ ਜਦੋਂ ਅਸੀਂ ਇਹਦੀ ਬੈਕਗਰਾਊਂਡ ਦਿੱਤੀ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ, ਈਵਨ ਇੰਕਲੂਡਿੰਗ ਮੈਨੀ ਫਰੋਮ ਪਾਕਿਸਤਾਨ, ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬੈਕਗਰਾਊਂਡ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ। ਇੱਕ ਤਾਂ ਅਹਿਮ ਸਵਾਲ ਇਹ ਹੈਗਾ ਕਿ ਜਿਹੜਾ ਇਹ ਬਾਬਰੀ ਮਸਜਿਦ ਔਰ ਰਾਮ ਜਨਮ ਭੂਮੀ ਰਾਮ ਮੰਦਿਰ ਦਾ ਵਿਵਾਦ ਸੀਗਾ, ਉਹ ਆਖਿਰਕਾਰ ਜੋ 500 ਸਾਲ ਤੋਂ ਚੱਲ ਰਿਹਾ ਸੀਗਾ, ਉਹ ਇੰਨੀ ਜਲਦੀ ਕਿੱਦਾਂ ਖਤਮ ਹੋ ਗਿਆ। ਇੱਥੇ ਅਸੀਂ ਜ਼ਿਕਰ ਕਰ ਦਈਏ ਬੈਕਗਰਾਊਂਡ ਤੇ ਮੈਂ ਤੁਹਾਡੇ ਨਾਲ ਜ਼ਿਕਰ ਕਰ ਹੀ ਦਿੱਤੀ ਹੈ ਸਾਰੀ ਦੀ ਸਾਰੀ, ਲੇਕਿਨ ਜਿਹੜੀ ਅਦਾਲਤੀ ਪ੍ਰਤੀਕਿਰਿਆ ਹੈਗੀ ਹੈ ਕਿ ਜੋ ਸੁਪਰੀਮ ਕੋਰਟ ਨੇ ਇਹਨੂੰ ਫਾਸਟ ਟਰੈਕ ਕੀਤਾ, ਕਿਸ ਤਰ੍ਹਾਂ ਕਰ ਦਿੱਤਾ 40 ਦਿਨਾਂ ਦੇ ਵਿੱਚ, ਕਿੱਦਾਂ ਕੀਤਾ, ਉਹਦੀ ਮੈਂ ਹਲਕੀ ਜਿਹੀ ਬੈਕਗਰਾਊਂਡ ਹੋਰ ਤੁਹਾਡੇ ਲਈ ਅੱਜ ਪੇਸ਼ ਕਰ ਦਿੰਦਾ ਕਿ ਸੁਪਰੀਮ ਇਹ ਬੜਾ ਇੰਟਰਸਟਿੰਗ ਕੇਸ ਸੀਗਾ। ਬਹੁਤ ਰੇਅਰ ਹੁੰਦਾ ਐਸਾ ਕਿ ਅਦਾਲਤ ਜਿਹੜੀ ਆ ਦੋਨੋਂ ਧਿਰਾਂ ਨੂੰ ਬੁਲਾਉਂਦੀ ਹੈ। ਸੁਪਰੀਮ ਕੋਰਟ ਨੇ ਦੋਨੋਂ ਧਿਰਾਂ ਨੂੰ ਬੁਲਾਇਆ ਕਿਉਂਕਿ ਹੋਇਆ ਕਿ ਜਦੋਂ ਇਲਾਹਾਬਾਦ ਹਾਈ ਕੋਰਟ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਰਾਮ ਜਨਮ ਭੂਮੀ ਔਰ ਬਾਬਰੀ ਮਸਜਿਦ ਵਿਵਾਦ ਸੀਗਾ, ਉਹਨਾਂ ਨੇ ਉਸ ਏਰੀਆ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਕੀ ਦਿੱਤਾ ਸੀਗਾ ਕਿ ਜਿਹੜਾ ਸੁੰਨੀ ਮੁਸਲਿਮ ਵਕਫ ਬੋਰਡ ਹੈਗਾ ਉਹਨੂੰ ਇੱਕ ਪਾਰਟ ਦਿੱਤਾ ਜਾਵੇ, ਰਾਮ ਲੱਲਾ ਨੂੰ ਇੱਕ ਪਾਰਟ ਦਿੱਤਾ ਜਾਏ ਔਰ ਨਿਰਮੋਹੀ ਅਖਾੜਾ ਜਿਹੜਾ ਉਹਨਾਂ ਨੂੰ ਇੱਕ ਪਾਰਟ ਦਿੱਤਾ ਜਾਏ। ਤੇ ਸੁੰਨੀ ਵਕਫ ਬੋਰਡ ਨੇ ਕਹਿ ਦਿੱਤਾ ਕਿ ਨਹੀਂ ਜੀ ਨਹੀਂ, ਸਾਡੇ ਪੂਰਵਜ ਜਿਹੜੇ ਬਾਬਰ ਸੀਗੇ ਉਹਨਾਂ ਦੀ ਇਹ ਜ਼ਮੀਨ ਹੈ ਸਾਰੀ, ਤੇ ਸਾਰਾ ਏਰੀਆ ਸਾਨੂੰ ਸੁੰਨੀ ਮੁਸਲਿਮ ਵਕਫ ਬੋਰਡ, ਸਾਨੂੰ ਮੁਸਲਿਮ ਕਮਿਊਨਿਟੀ ਨੂੰ ਦਿੱਤਾ ਜਾਏ। ਨਿਰਮੋਹੀ ਅਖਾੜਾ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਸੀਗਾ। ਨਿਰਮੋਹੀ ਅਖਾੜਾ ਕਹਿੰਦਾ ਜੀ ਇਹ ਤੇ ਸਦੀਆਂ ਤੋਂ ਸਾਡਾ ਚੱਲਿਆ ਆ ਰਿਹਾ, ਇਹ 1528 ਦੇ ਵਿੱਚ ਬਾਬਰ ਨੇ ਕਬਜ਼ਾ ਕਰ ਲਿਆ ਇੱਥੇ ਔਰ ਉਸ ਤੋਂ ਬਾਅਦ ਸਾਡੇ ਕੋਲੋਂ ਜ਼ਮੀਨ ਚਲੀ ਗਈ, ਇਹ ਤਾਂ ਸਾਡਾ ਮੰਦਿਰ, ਸਾਡੇ ਪੂਰਵਜਾਂ ਦਾ ਮੰਦਿਰ ਸੀਗਾ। ਤਾਂ ਨਿਰਮੋਹੀ ਅਖਾੜਾ ਕਹਿੰਦਾ ਕਿ ਨਹੀਂ, ਅਸੀਂ ਵੀ ਨਹੀਂ ਮੰਨਣਾ। ਸੋ ਤਿੰਨੇ ਪਕਸ਼ ਜਿਹੜੇ ਸੀਗੇ ਉਹ ਨਹੀਂ ਮੰਨ ਰਹੇ ਸੀਗੇ। ਸੋ ਇਲਾਹਾਬਾਦ ਹਾਈ ਕੋਰਟ ਦੀ ਇਹ ਜਜਮੈਂਟ ਜਿਹੜੀ ਹੈ, ਜਦੋਂ ਸਾਰੇ ਪਕਸ਼ਾਂ ਨਹੀਂ ਮੰਨੀ ਸੀ, ਫਿਰ ਇਹ ਮਾਮਲਾ ਸੁਪਰੀਮ ਕੋਰਟ 'ਚ ਗਿਆ ਸੀਗਾ। ਫਿਰ ਸੁਪਰੀਮ ਕੋਰਟ ਦੇ ਵਿੱਚ ਹੀ ਲਟਕਦਾ ਰਿਹਾ ਬੜੇ ਸਾਲ, 2011, 12, 13। ਐਸਾ ਨਹੀਂ ਕਿ ਸੁਪਰੀਮ ਕੋਰਟ ਫੌਰਨ ਸੋਲਵ ਹੋ ਗਿਆ ਕਿਉਂਕਿ ਤਿੰਨੇ ਪਕਸ਼ ਨਹੀਂ ਮੰਨੇ ਸੀ। 2016 ਦੇ ਵਿੱਚ ਸੁਬਰਾਮਨੀਅਮ ਸਵਾਮੀ ਨੇ ਜਦੋਂ ਫਿਰ ਪਟੀਸ਼ਨ ਪਾਈ, ਉਸ ਤੋਂ ਬਾਅਦ ਬੜੀਆਂ ਸਾਰੀਆਂ ਹੋਰ ਪਟੀਸ਼ਨਸ ਪਈਆਂ। ਫਿਰ ਸੁਪਰੀਮ ਕੋਰਟ ਨੇ ਕੀ ਕੀਤਾ ਕਿ ਜਿਹੜੇ ਸਾਰੇ ਪਕਸ਼ ਸੀਗੇ ਉਹਨਾਂ ਨੂੰ ਇਕੱਠੇ ਬੁਲਾ ਲਿਆ। ਮੇਨ ਤੇ ਆਪਾਂ ਦੋ ਕਹਿ ਸਕਦੇ ਹਾਂ ਕਿ ਇੱਕ ਗਰੁੱਪ ਕਹਿ ਰਿਹਾ ਸੀ ਕਿ ਇੱਥੇ ਰਾਮ ਮੰਦਿਰ ਬਣੇ, ਇੱਕ ਗਰੁੱਪ ਕਹਿ ਰਿਹਾ ਸੀ ਇੱਥੇ ਜੀ ਬਾਬਰੀ ਮਸਜਿਦ ਹੈ। ਸੁਪਰੀਮ ਕੋਰਟ ਨੇ ਫਿਰ ਦੋਨਾਂ ਨੂੰ ਬੁਲਾ ਲਿਆ ਔਰ ਪੁੱਛ ਲਿਆ ਪਹਿਲਾਂ ਹੀ ਕਿ ਐਸੀ ਕੀ ਚੀਜ਼ ਹੋਏਗੀ, ਐਸੇ ਕਿਹੜੇ ਪ੍ਰੂਫ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਫਿਰ ਤੁਸੀਂ ਸੈਟਿਸਫਾਈ ਹੋ ਜਾਓਗੇ ਕਿ ਜਿਹੜੀ ਵੀ ਜਜਮੈਂਟ ਤੁਹਾਨੂੰ ਮਿਲੇਗੀ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਨਿਆਏ ਹੋਇਆ। ਠੀਕ ਹੈ। ਸੋ ਦੋਨੋਂ ਪਕਸ਼ ਨੂੰ ਬੁਲਾ ਲਿਆ ਕਿਉਂ ਕਹਿੰਦੇ ਜੀ ਠੀਕ ਹੈ ਜੀ, ਤੁਸੀਂ ਦੱਸੋ ਕਿ ਆਹ ਚੀਜ਼ਾਂ ਜੇ ਹੋ ਜਾਣ, ਸਾਬਿਤ ਹੋ ਜਾਣ, ਇੱਦਾਂ ਹੋ ਜਾਏ, ਤੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਨਿਆਏ ਹੋਇਆ ਹੈ, ਤੁਸੀਂ ਕਹੋਗੇ ਜਸਟਿਸ ਹੈਜ਼ ਬੀਨ ਸਰਵਡ। ਦੋਨੋਂ ਪਕਸ਼ ਨੂੰ ਬੁਲਾ ਲਿਆ ਔਰ ਤਾਂ ਹੀ ਫਿਰ ਜਦੋਂ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ ਤਾਂ ਹੀ ਫਿਰ ਦੋਨੋਂ ਪਕਸ਼ ਨੇ ਕਿਹਾ ਵੀ ਠੀਕ ਹੈ, ਵੀ ਐਗਰੀ ਔਨ ਦੈਟ। ਕਿਉਂਕਿ ਸੁਪਰੀਮ ਕੋਰਟ ਨੇ ਜਦੋਂ ਕਹਿਤਾ ਕਿ ਇਹ ਜ਼ਮੀਨ ਦੇ ਉੱਤੇ ਇਹ ਰਾਮ ਲੱਲਾ ਦਾ ਅਧਿਕਾਰ ਹੈ, ਇੱਥੇ ਰਾਮ ਮੰਦਿਰ ਬਣਾ ਦਿੱਤਾ ਜਾਵੇ ਔਰ ਗਵਰਨਮੈਂਟ ਨੂੰ ਕਹਿ ਦਿੱਤਾ ਕਿ ਟਰਸਟ ਬਣਾ ਕੇ 3 ਮਹੀਨੇ ਦੇ ਵਿੱਚ ਟਰਸਟ ਬਣਾਓ ਔਰ ਰਾਮ ਮੰਦਿਰ ਦੀ ਕੰਸਟਰਕਸ਼ਨ ਸ਼ੁਰੂ ਕਰੋ। ਗਵਰਨਮੈਂਟ ਨੂੰ ਇੰਸਟਰਕਸ਼ਨ ਦੇਤੀ ਸੁਪਰੀਮ ਕੋਰਟ ਨੇ ਕਿ 5 ਏਕੜ ਦੀ ਇੱਕ ਜ਼ਮੀਨ ਹੋਰ ਦੇਤੀ ਜਾਵੇ ਜਿੱਥੇ ਕਿ ਬਾਬਰੀ ਮਸਜਿਦ ਬਣਾ ਦਿੱਤੀ ਜਾਵੇ। ਹੁਣ ਉੱਥੇ ਜਿਹੜੀ 1045 ਪੇਜ ਦੀ ਰਿਪੋਰਟ ਹੈ, 1045 ਪੇਜ ਦੀ ਰਿਪੋਰਟ ਹੈ ਸੁਪਰੀਮ ਕੋਰਟ ਦੀ, ਕਿਉਂਕਿ ਸੁਪਰੀਮ ਕੋਰਟ ਨੇ ਬੜੀ ਇੰਟਰਸਟਿੰਗ ਚੀਜ਼ ਕੀਤੀ ਕਿ ਇੱਧਰੋਂ ਜਿਹੜਾ ਬਾਬਰੀ ਮਸਜਿਦ ਵਿਵਾਦ ਦੇ ਵਿੱਚ ਜਿਹੜੇ ਉਹਦੇ ਹੱਕ ਸੀ ਬਾਬਰੀ ਮਸਜਿਦ ਦੇ, ਸੁੰਨੀ ਵਕਫ ਬੋਰਡ ਵਾਲੇ, ਉਹਨਾਂ ਨੂੰ ਵੀ ਬੁਲਾ ਲਿਆ ਕਿ ਤੁਸੀਂ ਵੀ ਆ ਕੇ ਦੱਸੋ। ਔਰ ਇੱਧਰੋਂ ਜਿਹੜੇ ਗੱਲ ਕਰ ਰਹੇ ਸੀਗੇ ਕਿ ਇੱਥੇ ਹਿੰਦੂ ਮੰਦਿਰ ਬਣਾਉਣਾ, ਵੀ ਇਹ ਨਾ ਹੋਵੇ ਕੱਲ੍ਹ ਨੂੰ ਸੁਪਰੀਮ ਕੋਰਟ ਫੈਸਲਾ ਦੇ ਦੇਵੇ ਤਾਂ ਤੁਸੀਂ ਕਹੋ ਜੀ ਨਹੀਂ, ਸਾਨੂੰ ਮਨਜ਼ੂਰ ਨਹੀਂ ਹੈ ਜਾਂ ਸਾਡੇ ਨਾਲ ਨਿਆਂ ਨਹੀਂ ਹੋਇਆ। ਸੋ 5 ਜਿਹੜੇ
ਜੱਜਿਸ ਸੀਗੇ ਉਹ 5 ਜੱਜਿਸ ਦੇਵਰ ਗਿਵਨ ਦ ਟਾਸਕ ਕਿ ਤੁਸੀਂ ਇਹ ਸਾਰੀ ਸੁਣਵਾਈ ਕਰਨੀ ਹੈ। ਸੋ ਬਹੁਤ ਸਾਰੀ ਸੁਣਵਾਈ ਹੋਈ ਔਰ ਬਹੁਤ ਸਾਰੇ ਜਿਹੜੇ ਨੌਨ ਹਿੰਦੂ ਜਿਹੜੇ ਉੱਥੇ ਰਿਸਪੋਂਡੈਂਟ ਸੀਗੇ ਉਹਨਾਂ ਨੇ ਵੀ ਆ ਕੇ ਆਪਣੇ ਬਿਆਨ ਦਿੱਤੇ, ਕਿਉਂਕਿ ਸੁਪਰੀਮ ਕੋਰਟ ਇਹ ਚਾਹੁੰਦਾ ਸੀਗਾ ਕਿ ਜੇ ਰਾਮ ਮੰਦਿਰ ਦੇ ਬਾਰੇ ਗੱਲ ਸੁਣ ਰਹੇ ਹਾਂ ਤੇ ਡੈਫੀਨੇਟਲੀ ਜਿਹੜੇ ਲੋਕ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਉਹ ਵੀ ਜਵਾਬ ਦੇਣ, ਬਟ ਨੌਨ ਹਿੰਦੂ ਲੋਕ ਵੀ ਆ ਕੇ ਦੱਸਣ ਕਿ ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਕੋਈ ਆ ਕੇ ਪ੍ਰੂਫ ਦੇਣ ਕੀ ਹੈ। ਔਰ ਮੇਨ ਜਿਹੜਾ ਇੱਕ ਟਾਸਕ ਜਿਹੜਾ ਦਿੱਤਾ ਗਿਆ ਸੀ ASI ਤੇ ਉਹਨੂੰ ਵੀ ਜਿਹੜਾ ਟਾਸਕ ਦਿੱਤਾ ਗਿਆ ਸੀਗਾ ਕਿ ਇੰਡੀਆ ਦਾ ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਸੋ ਉਹਨਾਂ ਨੂੰ ਵੀ ਦਿੱਤਾ ਗਿਆ ਸੀ ਕਿ ਐਕਸਕੇਵੇਸ਼ਨ ਦਾ ਕੰਮ ਯਾਨੀ ਕਿ ਖੁਦਾਈ ਦਾ ਕੰਮ ਕਰਕੇ ਦੱਸੋ। ਸੋ ਉਹਦੇ ਵਿੱਚ 33 ਐਸੇ ਅਹਿਮ ਸਬੂਤ ਸਾਹਮਣੇ ਆਏ, 533 ਮਾਫ ਕਰਨਾ 533 ਐਸੇ ਅਹਿਮ ਸਬੂਤ ਸਾਹਮਣੇ ਆਏ ਜਿਸ ਦੀ ਬਿਨਾ ਦੇ ਉੱਤੇ ਇਹ ਜੱਜਮੈਂਟ ਜਿਹੜੀ ਹੈ ਦਿੱਤੀ ਗਈ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਉਹਦੇ 'ਚ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਜਨਮ ਸਾਖੀਆਂ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਰੈਫਰੈਂਸ ਹੈ। ਸੁਪਰੀਮ ਕੋਰਟ ਨੇ ਜਿਹੜੀ ਆਪਣੀ ਜੱਜਮੈਂਟ ਦਿੱਤੀ ਉਹ ਵੀ ਇੱਕ ਰੈਫਰੈਂਸ ਉਹ ਵੀ ਮੰਨਿਆ ਗਿਆ ਕਿ ਅੱਛਾ ਜੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਉੱਥੇ ਵੀ ਇਹ ਲਿਖਿਆ ਗਿਆ ਸੀਗਾ। ਉਹਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਹੜੇ 12 ਪਿਲਰ ਸੀਗੇ ਉਹ ਬੜੇ ਇੰਪੋਰਟੈਂਟ ਗਿਣੇ ਗਏ, ਕਿਉਂਕਿ ਜਿਹੜੀ ਮਸਜਿਦ ਸੀਗੀ ਉਹਦੇ ਵਿੱਚ 12 ਪਿਲਰ ਸੀਗੇ। ਸੋ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਨੇ ਕਿਹਾ ਕਿ ਜਿਹੜੇ ਪਿਲਰ ਨੇ ਇਹ ਮੰਦਿਰ ਦੇ ਪਿਲਰ ਨੇ, ਜਿਹੜੀ ਮਸਜਿਦ ਦੇ ਵਿੱਚ ਉਹ ਪਿਲਰ ਸੀਗੇ। ਫਿਰ ਕਿਤੇ ਨਾ ਕਿਤੇ ਉੱਥੇ ਘੰਟੀ ਵੀ ਜਿਹੜੀ ਸੀਗੀ ਉਹ ਵੀ ਸੀਗੀ। ਉਹ ਕਹਿੰਦੇ ਜਿਹੜਾ ਇਹ ਬੈਲ ਦਾ ਕਨਸੈਪਟ ਹੈ, ਘੰਟੀ ਦਾ ਕਨਸੈਪਟ ਹੈ, ਇਸਲਾਮ 'ਚ ਹੈ ਹੀ ਨਹੀਂ ਹੈ, ਇਹ ਮੰਦਿਰ ਦਾ ਕਨਸੈਪਟ ਹੈ। ਫਿਰ ਲੋਟਸ ਜਿਹੜਾ ਉੱਪਰ ਗੁੰਬਦ ਦੇ ਵਿੱਚ ਲੱਗਾ ਸੀ ਡੋਮ ਦੇ ਵਿੱਚ, ਫਿਰ ਉਸ ਤੋਂ ਇਲਾਵਾ ਇੱਕ ਐਨਗ੍ਰੇਵਿੰਗ ਸੀਗੀ, ਉਹਦੇ 'ਚ ਲਿਖਿਆ ਸੀਗਾ ਕਿ ਇਹ ਉਸ ਪਰਮਾਤਮਾ ਉਸ ਰੱਬ ਦਾ ਮੰਦਿਰ ਹੈ ਜਿਹਨੇ 10 ਸਿਰ ਵਾਲੇ ਦਾ ਦਹਨ ਕੀਤਾ ਸੀਗਾ, ਯਾਨੀ ਕਿ ਸ਼੍ਰੀ ਰਾਮ ਜੀ ਨੇ ਰਾਵਣ ਜੀ ਦਾ ਕੀਤਾ ਸੀ। ਫਿਰ ਜਿਹੜਾ ਦਰਵਾਜ਼ਾ ਹੈ ਉਹਦੇ ਉੱਤੇ ਲਿਖਿਆ ਹੋਇਆ ਕਿ ਇਹ ਰਾਮ ਲੱਲਾ ਦਾ ਮੰਦਿਰ ਹੈ। ਸੋ ਐਸੀ ਬਹੁਤ ਸਾਰੀਆਂ ਚੀਜ਼ਾਂ 533 ਚੀਜ਼ਾਂ ਮੈਂ ਤੁਹਾਨੂੰ ਦੱਸਦੀ। ਸੋ ਇੱਕ ਤੇ ਜਿਹੜੇ ਉੱਥੇ ਆਰਟੀਫੈਕਟ ਸੀਗੇ, ਯਾਨੀ ਕਿ ਚਾਹੇ ਉਹ ਪਿਲਰ ਹੈ, ਚਾਹੇ ਉਹ ਦਰਵਾਜ਼ਾ ਹੈ, ਚਾਹੇ ਉਹ ਡੋਮ ਹੈ, ਚਾਹੇ ਉਹ ਘੰਟੀ ਮਿਲੀ ਖੁਦਾਈ ਕੀਤੀ, ਉਹ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ 533 ਉਹ ਸਬੂਤ ਦੇ ਤੌਰ ਦੇ ਉੱਤੇ ਪੇਸ਼ ਕੀਤੀਆਂ ਗਈਆਂ। ਫਿਰ ਦੂਸਰੀ ਸਾਈਡ ਕੀ ਸੀਗਾ ਕਿ ਜਿਹੜੀਆਂ ਕੁਝ ਲਿਟਰੇਰੀ ਚੀਜ਼ਾਂ ਸੀਗੀਆਂ ਜਾਂ ਕੋਈ ਹਿਸਟੋਰੀਕਲ ਫੈਕਟ ਸੀਗੇ ਉਹ ਸਾਰੇ ਅਲੱਗ ਦੇਖੇ ਗਏ ਕਿ ਬਹੁਤ ਸਾਰੇ ਜਿਹੜੇ ਰਾਈਟਰ ਸੀਗੇ, ਚਾਹੇ ਉਹ ਇੰਡੀਆ ਤੋਂ ਬਾਹਰ ਦੇ ਰਾਈਟਰ ਸੀਗੇ, ਚਾਹੇ ਬ੍ਰਿਟਿਸ਼ ਰਾਈਟਰ ਸੀਗੇ ਜਾਂ ਹੋਰ ਕੋਈ ਫੋਰਨ ਰਾਈਟਰ ਸੀਗੇ, ਉਹਨਾਂ ਨੇ ਕੀ ਲਿਖਿਆ ਜੇ ਉਸ ਦੌਰ 'ਚ ਕੋਈ ਆਏ ਹੋ ਸੀਗੇ, ਉਹਨਾਂ ਨੂੰ ਸਬੂਤ ਦੇ ਤੌਰ ਤੇ ਪੇਸ਼ ਕੀਤਾ ਗਿਆ। ਫਿਰ ਜਦੋਂ ਇਹ ਵਿਵਾਦ ਬ੍ਰਿਟਿਸ਼ ਟਾਈਮ ਦੇ ਉੱਤੇ ਹੋਇਆ, ਚਾਹੇ ਉਹਨਾਂ ਨੇ ਜਾ ਕੇ ਕੋਸ਼ਿਸ਼ ਜ਼ਰੂਰ ਕੀਤੀ ਪਰ ਸੋਲਵ ਤਾਂ ਨਹੀਂ ਹੋਇਆ, ਪਰ ਉਹਨਾਂ ਨੇ ਘੱਟ ਤੋਂ ਘੱਟ ਜਦੋਂ FIRs ਵੀ ਉੱਥੇ ਦਰਜ ਹੋਈਆਂ, ਜਦੋਂ ਨਿਹੰਗ ਸਿੰਘਾਂ ਨੇ ਵੀ ਅਟੈਕ ਕੀਤਾ ਉਦੋਂ ਵੀ FIR ਦਰਜ ਹੋਈ, ਤਾਂ ਉਹ ਬ੍ਰਿਟਿਸ਼ਰਸ ਨੇ ਵੀ ਜਾ ਕੇ ਦੇਖਿਆ ਵੀ ਮਾਮਲਾ, ਕਿਉਂਕਿ ਜਦ FIR ਦਰਜ ਹੋ ਗਈ, ਦੰਗੇ ਬੜੇ ਹੋਏ ਉਸ ਸਮੇਂ, ਤੇ ਬ੍ਰਿਟਿਸ਼ਰ ਨੇ ਵੀ ਦੇਖਿਆ ਕਿ ਹੈ ਕੀ ਮਾਮਲਾ ਕੀ ਹੈ। ਉਹਨਾਂ ਨੇ ਵੀ ਜਾ ਕੇ ਜਦੋਂ ਆਪਣੀ ਰਿਸਰਚ ਕੀਤੀ ਸਾਰੀ ਕਿ ਜੀ ਦੇਖੀਏ ਮਾਮਲਾ ਕੀ ਹੈ, ਤਾਂ ਉਹਨਾਂ ਨੇ ਵੀ ਉਹਦੇ ਵਿੱਚ ਪਾਇਆ ਕਿ ਯੈਸ ਇੱਥੇ ਉਸ ਟਾਈਮ ਦੇ ਜਿਹੜੇ ਦਰਜ ਸੀਗੇ ਸਾਰੇ ਡਾਕੂਮੈਂਟ ਉਹ ਵੀ ਫਿਰ ਪੇਸ਼ ਕੀਤੇ ਗਏ ਸੁਪਰੀਮ ਕੋਰਟ ਦੇ ਸਾਹਮਣੇ ਕਿ ਬ੍ਰਿਟਿਸ਼ ਅਫਸਰਸ ਨੇ ਵੀ, ਇੱਕ ਨਹੀਂ ਅਲੱਗ-ਅਲੱਗ ਬ੍ਰਿਟਿਸ਼ ਆਫੀਸਰਸ ਨੇ ਪਾਇਆ ਕਿ ਯੈਸ ਇੱਥੇ ਇੱਕ ਹਿੰਦੂ ਮੰਦਿਰ ਸੀਗਾ ਔਰ ਉਸ ਦੇ ਉੱਤੇ ਮਸਜਿਦ ਜਿਹੜੀ ਆ ਉਹ ਬਣਾਈ ਗਈ। ਅੱਜ ਵੀ ਤੁਸੀਂ ਕੁਤਬ ਮੀਨਾਰ ਦੇ ਨੇੜੇ ਮਸਜਿਦ ਆ, ਉੱਥੇ ਤੁਸੀਂ ਜਾ ਕੇ ਦੇਖ ਲਓ, ਉਹਦੇ 'ਚ ਬੜੀ ਸ਼ਾਨ ਦੇ ਨਾਲ ਲਿਖਿਆ ਹੈ ਕਿ ਵੱਖ-ਵੱਖ ਹਿੰਦੂ ਤੇ ਜੈਨ ਤੇ ਬੁੱਧ 27 ਮੰਦਿਰਾਂ ਤੋਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਦੇ ਕੁਛ ਨਾ ਕੁਛ ਚੀਜ਼ਾਂ ਲਿਆ ਕੇ ਇੱਥੇ ਲਗਾਈਆਂ ਗਈਆਂ ਨੇ। ਸੋ ਉਸ ਦੌਰ ਦੇ ਵਿੱਚ ਚਾਹੇ ਉਹ ਕਾਸ਼ੀ ਹੈ, ਮਥੁਰਾ ਹੈ, ਚਾਹੇ ਉਹ ਅਯੋਧਿਆ ਹੈ। ਔਰ ਮੈਂ ਇੱਥੇ ਇੱਕ ਚੀਜ਼ ਹੋਰ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਬਹੁਤ ਕੁਛ ਉਦੋਂ ਹੋਇਆ, ਵੀ ਆਲ ਨੋ ਦੈਟ। ਔਰ ਇਹੀ ਕਾਰਨ ਸੀਗਾ ਕਿ ਜਿਹੜੇ ਉਹ ਮੁਗਲ ਰਾਜੇ ਸੀਗੇ ਉਹਨਾਂ ਦੇ ਖਿਲਾਫ ਜੋ ਲੜਾਈ ਲੜੀ ਗਈ, ਚਾਹੇ ਫਿਰ ਉਹ ਮੁਗਲ ਰਾਜਿਆਂ ਦੇ ਖਿਲਾਫ ਲੜਾਈ ਖੁਦ ਮੁਸਲਿਮ ਕਮਿਊਨਿਟੀ ਦੇ ਬਹੁਤ ਸਾਰੇ ਰਾਜਿਆਂ ਨੇ ਲੜੀ, ਸ਼ੇਰ ਸ਼ਾਹ ਸੂਰੀ ਤੋਂ ਲੈ ਕੇ ਹੋਰ ਬੜੇ ਨਾਮ ਹੈ, ਮੈਂ ਅੱਗੇ ਚੱਲ ਕੇ ਉਹਨਾਂ ਦੇ ਵੀ ਜ਼ਿਕਰ ਕਰਦਾ ਹੈ, ਚਾਹੇ ਫਿਰ ਮਰਾਠਿਆਂ ਨੇ, ਸ਼ਿਵਾਜੀ ਉਹਨਾਂ ਨੇ ਲੜੀ। ਔਰ ਸਿੱਖਾਂ ਦਾ ਬੜਾ ਇਤਿਹਾਸ ਹੈ, ਬਹੁਤ ਸਾਰੀਆਂ ਜੰਗਾਂ ਸਿੱਖਾਂ ਨੇ ਮੁਗਲਾਂ ਦੇ ਨਾਲ ਲੜੀਆਂ। ਸੋ ਚਾਹੇ ਮਰਾਠੇ ਸੀਗੇ, ਹਿੰਦੂ ਕਮਿਊਨਿਟੀ ਸੀਗੀ, ਚਾਹੇ ਮੁਸਲਿਮ ਕਮਿਊਨਿਟੀ ਖੁਦ ਸ਼ੇਰ ਸ਼ਾਹ ਸੂਰੀ ਤੋਂ ਲੈ ਕੇ, ਤੇ ਚਾਹੇ ਫਿਰ ਸਿੱਖ ਕਮਿਊਨਿਟੀ ਸੀਗੀ। ਜਿਹੜੇ ਉਹ ਮੁਗਲ ਬਾਦਸ਼ਾਹ ਸੀਗੇ, ਜੇ ਅਸੀਂ ਉਹਨਾਂ ਦੀ ਵੀ ਗੱਲ ਕਰ ਲਈਏ, ਆਖਿਰਕਾਰ ਉਹ ਆਏ ਕਿੱਦਾਂ? ਬਾਬਰ ਜਿਹੜਾ ਸੀਗਾ ਨਾ, ਹੀ ਵਾਸ ਬੋਰਨ ਇਨ ਟੂਡੇਜ਼ ਏਰੀਆ, ਜੇ ਅਸੀਂ ਅੱਜ ਗੱਲ ਕਰੀਏ ਜਿਹਨੂੰ ਅੱਜ ਅਸੀਂ ਉਜ਼ਬੇਕਿਸਤਾਨ ਕਹਿੰਦੇ ਆ, ਉਜ਼ਬੇਕ ਸੀਗਾ, ਉਜ਼ਬੇਕਿਸਤਾਨ ਦੇ ਵਿੱਚ ਉਹਦਾ ਜਨਮ ਹੋਇਆ।
और समरकंद ਦੇ ਵਿੱਚ 2 ਵਾਰ ਹਾਰਨ ਤੋਂ ਬਾਅਦ ਜਦੋਂ ਬਾਬਰ ਨੇ ਫਿਰ ਹਿੰਦੁਸਤਾਨ ਦਾ ਰੁਖ ਕੀਤਾ, ਹਿੰਦੁਸਤਾਨ ਦੇ ਵਿੱਚ ਤਾਂ ਉਸ ਵੇਲੇ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਸਮੇਂ ਦੇ ਜੇ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ ਉਹ ਬੰਗਲਾਦੇਸ਼, ਇੰਡੀਆ, ਪਾਕਿਸਤਾਨ, ਅਫਗਾਨਿਸਤਾਨ ਤੱਕ ਸਰਹੱਦਾਂ ਲੱਗੀਆਂ ਹੋਈਆਂ ਸੀਗੀਆਂ ਤੇ ਆਲਮੋਸਟ ਸਾਰਾ ਨਦਰਨ ਇੰਡੀਆ, ਪਾਕਿਸਤਾਨ, ਇੱਧਰੋਂ ਬੰਗਲਾਦੇਸ਼ ਤੇ ਮਿਡਲ ਇੰਡੀਆ ਤੱਕ ਸਾਰਾ ਸਿਲਸਿਲਾ ਉਹਨਾਂ ਕੋਲ ਸੀਗਾ। ਰਾਜ ਕਿਹਦਾ ਸੀ ਉਸ ਵੇਲੇ? ਜਦੋਂ ਬਾਬਰ ਨੇ ਅਟੈਕ ਕੀਤਾ, ਬਾਬਰ ਨੇ ਆ ਕੇ ਕਿਸੇ ਹਿੰਦੂ ਰਾਜੇ ਦੀ ਗਰਦਨ ਨਹੀਂ ਉਤਾਰੀ, ਇਬਰਾਹਿਮ ਲੋਧੀ ਦਾ ਰਾਜ ਸੀਗਾ। 26 ਅਪ੍ਰੈਲ 1526 1526 ਬੈਟਲ ਆਫ ਪਾਨੀਪਤ। ਪਾਨੀਪਤ ਜਿਹਨੂੰ ਉਸ ਵੇਲੇ ਦਾ ਪੰਜਾਬ ਸੀਗਾ। ਸੋ ਪਾਨੀਪਤ ਦੀ ਲੜਾਈ ਤੋਂ ਪਹਿਲਾਂ ਕੀ ਹੋਇਆ? ਲਾਹੌਰ 2 ਦਿਨ ਤੱਕ ਜਲਦਾ ਰਿਹਾ, 2 ਦਿਨ ਤੱਕ ਲਾਹੌਰ ਸਾਰਾ ਜਲਦਾ ਰਿਹਾ। ਇਹ ਗੱਲ ਕੋਈ 10,000 ਸਾਲ ਪੁਰਾਣੀ ਥੋੜੀ ਹੈ, 500-600 ਸਾਲ ਪੁਰਾਣੀ ਹੈ, ਸਾਰਾ ਕੁਝ ਡਾਕੂਮੈਂਟਡ ਹੈ। ਦਿੱਲੀ ਸਲਤਨਤ ਦਾ ਜਿਹੜਾ ਆਖਰੀ ਸੁਲਤਾਨ ਸੀਗਾ ਇਬਰਾਹਿਮ ਲੋਧੀ, ਹੀ ਵਾਸ ਆਲਸੋ ਸੁੰਨੀ ਮੁਸਲਿਮ, ਹੀ ਵਾਸ ਆਲਸੋ ਸੁੰਨੀ ਮੁਸਲਿਮ, ਐਰ ਬਾਬਰ ਵਾਸ ਆਲਸੋ ਸੁੰਨੀ ਮੁਸਲਿਮ। ਉਹਨਾਂ ਨੇ ਆ ਕੇ ਜਦੋਂ ਅਟੈਕ ਕੀਤਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਗਰਦਨ ਉਤਾਰੀ, ਇਹਨਾਂ ਨੂੰ ਮਾਰਿਆ, ਇਬਰਾਹਿਮ ਲੋਧੀ ਨੂੰ ਉਤਾਰਿਆ ਔਰ ਦਿੱਲੀ ਸਲਤਨਤ ਜੋ ਲਗਾਤਾਰ ਚੱਲੀ ਆ ਰਹੀ ਸੀ ਉਹ ਖਤਮ ਹੋ ਗਈ। ਹਾਲਾਂਕਿ ਉਹਨਾਂ ਦੇ ਵਿੱਚ ਵੀ ਆਪਣੀ ਲੜਾਈ ਚੱਲ ਰਹੀ ਸੀ, ਉਹ ਹੁਣ ਫਿਰ ਕਿਸੇ ਦਿਨ ਹਿਸਟਰੀ ਦੀ ਗੱਲ ਕਰ ਲਵਾਂਗੇ ਕਿ ਯੈਸ ਕਿਸ ਤਰੀਕੇ ਦੇ ਨਾਲ ਚਾਹੇ ਇਬਰਾਹਿਮ ਲੋਧੀ ਸੀ, ਉਸ ਤੋਂ ਪਹਿਲਾਂ ਗੁਲਾਮ ਸੁਲਤਾਨ ਦੀ ਵੀ ਗੱਲ ਹੁੰਦੀ ਹੈ ਕਿ ਗੁਲਾਮ ਰਾਜਾ ਕਿੱਦਾਂ ਬਣ ਗਿਆ, ਉਹ ਸਾਰੀ ਸਿਲਸਿਲਾ ਬਾਅਦ 'ਚ ਅਸੀਂ ਗੱਲ ਕਰਦੇ ਹਾਂ। ਔਰ ਹਾਂ, ਜੇ ਗੁਲਾਮ ਦੀ ਗੱਲ ਹੋਈ ਤਾਂ ਇੱਕ ਚੀਜ਼ ਹੋਰ ਤੁਹਾਨੂੰ ਇੱਥੇ ਦੱਸ ਦਈਏ ਕਿ ਚਾਹੇ ਉਹ ਬਾਬਰ ਸੀਗਾ ਜਾਂ ਹੋਰ ਜਿਹੜੇ ਵੀ ਇਨਵੇਡਰ ਸੀਗੇ ਜਿਹੜੇ ਅਟੈਕ ਕਰਨ ਆਉਂਦੇ ਸੀਗੇ ਇੰਡੀਆ ਦੇ ਵਿੱਚ, ਉਹ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਇੱਥੇ ਆਈਏ, ਜੇ ਰਾਜ ਕਰਨ ਨੂੰ ਮਿਲ ਗਿਆ ਤਾਂ ਵੀ ਠੀਕ ਹੈ, ਨਹੀਂ ਤਾਂ ਅਟੈਕ ਕਰਕੇ ਇੱਥੋਂ ਆਪਣੇ ਨਾਲ ਨਾ ਸਿਰਫ ਉਹ ਸੋਮਨਾਥ ਦਾ ਮੰਦਿਰ ਤੋੜਿਆ, ਹੀਰੇ ਜਵਾਹਰਾਤ ਲੈ ਜਾਣੇ ਉੱਥੋਂ, ਜਿਹੜੀ ਕੋਈ ਕਲਚਰਲ ਹੈਰੀਟੇਜ ਦੀਆਂ ਚੀਜ਼ਾਂ ਨਜ਼ਰ ਆਈਆਂ, ਕੋਈ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਅੱਗ ਲਗਾ ਦੇਣੀ, ਇਸ ਤੋਂ ਇਲਾਵਾ ਲੋਕਾਂ ਨੂੰ ਬੜੀ ਬੁਰੀ ਤਰ੍ਹਾਂ ਮਾਰਨਾ। ਔਰ ਸ਼ੁਰੂਆਤ ਤੇ ਸਾਰੀ ਦੀ ਸਾਰੀ ਸਾਡੇ ਪੰਜਾਬ ਤੋਂ ਹੀ ਹੁੰਦੀ ਸੀਗੀ। ਔਰ ਅਸਲ ਦੇ ਵਿੱਚ ਬਾਬਰ ਦਾ ਜਿਹੜਾ ਪਹਿਲਾ ਇਰਾਦਾ ਸੀਗਾ ਉਹ ਸਿਰਫ ਪੰਜਾਬ ਤੱਕ ਹੀ ਆਉਣ ਦਾ ਸੀਗਾ। ਪੂਰਾ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਦਾ ਇਰਾਦਾ ਬਾਬਰ ਦਾ ਵੀ ਪਹਿਲਾਂ ਨਹੀਂ ਸੀ। ਤੋਂ ਬਾਅਦ 'ਚ ਅੱਗੇ ਗੱਲ ਵੱਧ ਗਈ, ਜਿਹੜੀ ਉਹਨੇ ਇਬਰਾਹਿਮ ਲੋਧੀ ਨੂੰ ਮਾਰਿਆ ਆ ਕੇ ਬੈਟਲ ਆਫ ਪਾਨੀਪਤ ਦੇ ਵਿੱਚ, ਜਿਹੜੀ ਪਹਿਲੀ ਪਾਨੀਪਤ ਦੀ ਜੰਗ ਹੋਈ 1526 ਦੇ ਵਿੱਚ, 1526 ਦੇ ਵਿੱਚ। ਔਰ 1528 ਦੇ ਵਿੱਚ ਜਿਹਦੀ ਅੱਜ ਅਸੀਂ ਚਰਚਾ ਕਰ ਰਹੇ ਹਾਂ, ਇਹ ਬਾਬਰੀ ਮਸਜਿਦ ਜਿਹੜੀ ਬਣਾਉਣ ਦੀ ਗੱਲ ਹੋ ਰਹੀ ਹੈ 1528, ਲੇਕਿਨ 2 ਸਾਲ ਪਹਿਲਾਂ, ਸਿਰਫ 2 ਸਾਲ ਪਹਿਲਾਂ 1528 ਦੇ ਵਿੱਚ ਇਹ ਉਹਨਾਂ ਨੇ ਕੀਤਾ। ਔਰ ਉਸ ਵੇਲੇ ਉਹਨਾਂ ਨੇ ਜਦੋਂ ਪੰਜਾਬ ਆਣਾ ਤੇ ਸ਼ੁਰੂਆਤ ਕਿੱਥੋਂ ਹੋਣੀ? ਲਾਹੌਰ, ਅੰਮ੍ਰਿਤਸਰ, ਪਾਨੀਪਤ, ਕੁਰੂਕਸ਼ੇਤਰ, ਦਿੱਲੀ, ਰਸਤਾ ਤਾਂ ਇਹੀ ਹੈ ਨਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆ ਕੇ ਜਿਹੜਾ ਵੀ ਕੋਈ ਲਾਹੌਰ ਦੇ ਵਿੱਚ ਹੁੰਦਾ ਸੀਗਾ, ਪਹਿਲਾਂ ਤਾਂ ਆ ਕੇ ਉਹਨਾਂ ਦੀਆਂ ਗਰਦਨਾਂ ਉਤਾਰਨੀਆਂ, ਪਹਿਲਾਂ ਤਾਂ ਉੱਥੇ ਮਾਰਨਾ। ਔਰ ਇਹ ਬਾਬਰ ਨੇ ਜੋ ਜ਼ੁਲਮ ਕੀਤੇ, ਆਪਾਂ ਡਿਟੇਲ ਸਮਝ ਹੀ ਹੈ ਨਹੀਂ ਸਾਡੇ ਕੋਲ, ਕਿਸੇ ਦਿਨ ਕਹੋਗੇ ਤਾਂ ਜ਼ਰੂਰ ਗੱਲ ਕਰ ਲਾਂਗੇ। ਉੱਥੇ ਤੇ 2 ਦਿਨ ਤੱਕ ਲਾਹੌਰ ਪੂਰਾ ਬਲਦਾ ਰਿਹਾ। ਫਿਰ ਉਹਨੇ ਕਿਹਾ ਜੀ ਅੱਗੇ ਵਧੋ, ਕਿੱਥੇ ਆ ਹੁਣ? ਕਹਿੰਦੇ ਪਾਨੀਪਤ। ਇਬਰਾਹਿਮ ਲੋਧੀ ਉਹਨਾਂ ਨੇ ਥੋੜੀ ਦੇਖਿਆ ਕਿ ਅੱਗੇ ਕੋਈ ਹਿੰਦੂ ਹੈ ਕਿ ਮੁਸਲਿਮ ਹੈ, ਹੀ ਵਾਸ ਆਲਸੋ ਸੁੰਨੀ ਮੁਸਲਿਮ, ਉਹਦੀ ਵੀ ਲੜਾਈ ਕੀਤੀ, ਉਹਦੀ ਵੀ ਗਰਦਨ ਉਤਾਰੀ। ਕਹਿੰਦੇ ਚਲੋ ਅੱਗੇ ਚਲੋ। ਦਿੱਲੀ ਸਲਤਨਤ ਦਾ ਖਾਤਮਾ ਹੋਇਆ, ਬਾਬਰ ਸਾਹਿਬ, ਮੁਗਲ ਜਿਹੜੀ ਸਲਤਨਤ ਸ਼ੁਰੂ ਹੋ ਗਈ, ਬਾਬਰ ਸਾਹਿਬ ਰਾਜਾ ਬਣ ਗਏ। ਬਾਬਰ ਸਾਹਿਬ ਰਾਜਾ ਬਣ ਕੇ ਜਦੋਂ ਨੇ ਬਾਬਰੀ ਮਸਜਿਦ ਬਣਾਤੀ, ਫਿਰ ਅੱਗੇ ਅਕਬਰ ਦੇ ਟਾਈਮ ਦੇ ਉੱਤੇ ਜਹਾਂਗੀਰ ਉਹਨਾਂ ਨੇ ਫਿਰ ਮੰਗ ਕੀਤੀ ਹਿੰਦੂ ਕਮਿਊਨਿਟੀ ਨੇ, ਉਹ ਕਹਿੰਦੇ ਚਲੋ ਠੀਕ ਆ, ਤੁਸੀਂ ਪੂਜਾ ਬਾਹਰ ਕਰੀ ਜਾਓ। ਕਿਉਂਕਿ ਅਕਬਰ ਨੇ ਫਿਰ ਬਹੁਤ ਸਾਰੀ ਹਿੰਦੂ ਪ੍ਰਿੰਸੈਸ ਇਨਕਲੂਡਿੰਗ ਜੋਧਾ, ਉਹਨਾਂ ਦੇ ਨਾਲ ਵੀ ਵਿਆਹ ਕੀਤਾ। ਔਰ ਉਹ ਉਸ ਵੇਲੇ ਹੁਕਮ ਹੀ ਇਹੀ ਹੁੰਦਾ ਸੀਗਾ ਕਿ ਜਾਂ ਤੇ ਜੀ ਤੁਸੀਂ ਵਿਆਹ ਆਪਣੀ ਲੜਕੀ ਦੇ ਦਿਓ, ਵਿਆਹ ਕਰ ਲਓ, ਨਹੀਂ ਤਾਂ ਫਿਰ ਰਾਜਪਾਟ ਉਹਨਾਂ ਦਾ ਹੁੰਦਾ ਸੀਗਾ। ਸੋ ਅਕਬਰ ਆਏ ਔਰ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਫਾਸਟ ਫਾਰਵਰਡ ਕਰ ਦਿੰਦੇ ਆ, ਜਹਾਂਗੀਰ ਨੇ ਫਿਰ ਇਹ ਪੂਰੀ ਤਰ੍ਹਾਂ ਹੀ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਇੱਥੇ ਉਹਨਾਂ ਦੇ ਪੁਰਖਾਂ ਦੀ, ਬਾਬਰ ਦੀ ਮਸਜਿਦ ਆ, ਉਹਨਾਂ ਨੇ ਕਿਹਾ ਜੀ ਮਸਜਿਦ ਬਣਾਓ, ਬਸ ਇੱਥੇ ਮੰਦਿਰ ਗਿਰਾਓ। ਔਰ ਹੋਰ ਬੜੇ ਸਾਰੇ ਉਹਨਾਂ ਨੇ ਐਸੇ ਕੀਤੇ। ਔਰ ਇਸ ਦਰਮਿਆਨ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਯੈਸ, ਜਦੋਂ ਚਾਹੇ ਮਰਾਠਿਆਂ ਨੇ ਲੜਾਈ ਲੜੀ, ਚਾਹੇ ਸਿੱਖਾਂ ਨੇ ਬੜੀ ਲੜਾਈ ਲੜੀ, ਖਾਲਸਾ ਫੌਜ ਨੇ ਬੜੀ ਲੜਾਈ ਲੜੀ ਹੈਗੀ ਆ ਮੁਗਲਾਂ ਦੇ ਨਾਲ। ਔਰ ਸ਼ੇਰ ਸ਼ਾਹ ਸੂਰੀ ਤੋਂ ਲੈ ਕੇ ਬਹੁਤ, ਔਰ ਔਰੰਗਜ਼ੇਬ ਜਿਹੜਾ ਸੀਗਾ ਉਹਨੇ ਆਪਣੇ ਜਿਹੜੇ ਭਰਾ ਸੀਗੇ, ਦਾਰਾ ਸ਼ੁਕੋ ਵਾਸ ਦਾ ਐਲਡੈਸਟ ਬ੍ਰਦਰ, ਹੀ ਵਾਸ ਸਪੋਜ਼ਡ ਟੂ ਬੀ ਦ ਨੈਕਸਟ ਕਿੰਗ। ਉਹਨੇ ਦੇਖੋ, ਚਾਹੇ ਬਾਪ ਨੂੰ ਮਾਰਨ ਦੀ ਗੱਲ ਹੋਵੇ ਜਾਂ ਬਾਪ ਨੂੰ ਕੈਦ ਕਰਨ ਦੀ ਗੱਲ ਹੋਵੇ, ਉਹਦੇ ਵਿੱਚ ਵੀ ਕੋਈ ਪਿੱਛੇ ਨਹੀਂ ਹਟਿਆ। ਜਹਾਂਗੀਰ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਕੀ ਕੁਝ ਹੋਇਆ। ਤੇ ਚਾਹੇ ਫਿਰ ਆਪਣੇ ਭਰਾਵਾਂ ਨੂੰ ਕਤਲ ਕਰਕੇ ਗੱਦੀ ਤੇ ਬੈਠਣ ਦਾ ਮਾਮਲਾ ਹੋਵੇ, ਦਾਰਾ ਸ਼ੁਕੋ ਤੋਂ ਲੈ ਕੇ ਬਾਕੀ ਭਰਾਵਾਂ ਨੂੰ ਕਤਲ ਕਰਨਾ ਜਾਂ ਜੇਲ੍ਹ 'ਚ ਪਾਉਣਾ, ਤੇ ਔਰੰਗਜ਼ੇਬ ਨੇ ਕਿਸੇ ਨੂੰ ਨਹੀਂ ਬਖਸ਼ਿਆ, ਕਿਸੇ ਨੂੰ ਨਹੀਂ ਔਰੰਗਜ਼ੇਬ ਨੇ ਬਖਸ਼ਿਆ। ਔਰ ਫਿਰ ਹੋਰ ਬੜੇ ਸਾਰੇ ਜ਼ੁਲਮ ਤਾਂ ਉਹਨਾਂ ਨੇ ਢਾਏ। ਔਰ ਉਹਦੇ ਵਿੱਚ ਫਿਰ ਜਦੋਂ ਇੱਕ ਸਮਾਂ ਐਸਾ ਆ ਗਿਆ ਸੀਗਾ ਕਿ ਕਿਤੇ ਨਾ ਕਿਤੇ ਐਗਜ਼ਿਸਟੈਂਸ ਹੀ ਖਤਰੇ 'ਚ ਸੀਗੀ। ਜੇ
खालसा फौज ना लड़ाई लड़ती, जे श्री तेग बहादुर जी जाके शहीदी ना देंदे, तो हिंदू रिलीजन की या सनातन धर्म की या उस कल्चर की, उस ट्रडिशन की एग्जिस्टेंस के उत्ते सवाल सीगे। और यही चैलेंज मराठा फौज ने लिया मुगलों के नाल। ते मैं जिस तरह जिक्र कर ही हटिया भी, जे मैं ज़्यादा ना भी डिटेल से जावां, वैसे बहुत सारी लंबी लिस्ट हो जाएगी। जे असीं सिखां की गल करिए तो 6वें गुरु साहिबान तो लड़ाई जी पहली लड़ाई है वो तो 1621 स्टार्ट हो गई सी। 1621 तो लैके जदों तक मुगल साम्राज्य रहा 1728 तक लड़ाइयाँ खत्म नहीं हुई खालसा फौज दी और मुगलों दी। 1621 तो लैके 1788 तक लड़ाइयाँ लड़ते ही रहे। फिर चाहे साडे गुरु साहिबान सीगे, चाहे होर बहुत सारे योधे खालसा फौज दे, यही शेरशाह सूरी ने तो हराया। शेरशाह सूरी ने हराया भी है मुगल नूं, और मराठियां ने भी हराया भी है, जित्तिया भी है। लेकिन बहुत घट लोग शायद जानते होंगे कि मुगल राजियां नूं सिख खालसा फौज ने सब तो ज़्यादा हराया। मराठियां ने भी हराया, हिंदू राजे ने भी हराया, शेरशाह सूरी एक और मुस्लिम राजा शेरशाह सूरी ने भी हराया। लेकिन सब तो ज़्यादा जे किसी ने मुगलों को हराया तो खालसा फौज ने हराया, वरना एग्जिस्टेंस नहीं सी होनी। और अज की है किते ना किते जिहड़ा राम मंदिर बनया ये प्रतीक है, इस चीज़ का प्रतीक है कि यस हुण वो रिवाइवल जिहड़ा है वो सामने आ रहा है। लेकिन इत्थे मैं एक चीज़ होर जिक्र कर देवां कि मामला किते एक चीज़ का जरूर असी क्वेश्चन भी करना चाहुंदे हैं कि बहुत वधिया है राम मंदिर बन गया, ठीक है। दो चीज़ां इत्थे बहुत ध्यान च रखण वालियां हैं। दो चीज़ां, एक तो ये चीज़ बहुत ध्यान च रखण वाली है कि वी होप द पेंडुलम डजंट स्विंग द अदर वे, कि जो एक टाइम के उत्ते औरंगजेब या उन्होंने जो सारिਆਂ दे नाल जुल्म किया, अपनी मर्जी चलाई, चाहे फिर वो कोई मुस्लिम सीगा या हिंदू सीगा, सिख सीगा, उन्होंने परवाह नहीं की। सो किते हुण अज भी ये ख्याल रखने की जरूरत है इंडिया दे विच कि जिहड़ियां कोई माइनॉरिटीज़ ने, जे उन्हां दे अंदर परसैप्शन भी है कि किते सानू साइडलाइन तो नहीं किया जा रहा, उन्होंने भी नाल लैके चलण की जरूरत है। सो इस चीज़ लई भी सानू ध्यान रखना पएगा। हुण जे असीं गल करिए उत्थे जिहड़ा 5 एकड़ जमीन बाबरी मस्जिद नूं एलोकेट हुई है, मैं कल देख रहा सी उत्थे बच्चे क्रिकेट खेल रहे हैं, चलो चंगी गल है क्रिकेट खेल रहे हैं। हालांकि इशू ये भी है कि कंसेंसस भी नहीं बन सकिया, क्योंकि वो लोग कह रहे कि चलो जी मस्जिद ही पूरी बनानी है या उत्थे एक हॉस्पिटल भी बना लीए या एजुकेशनल इंस्टीट्यूट, हर एक की अपनी अपनी राय है। सो कुछ लोगों का मनना सीगा कि उत्थे हॉस्पिटल बहुत बड़ा बनाता जाए, कुछ लोग कह रहे सी बड़ा एजुकेशनल इंस्टीट्यूट बनाओ साडी मुस्लिम कम्यूनिटी नूं। मस्जिदां दे अज इंडिया की गल करिए, मैं सवेरे रेडियो प्रोग्राम पर भी गल कर रहा सी, इंडिया दे विच मिनिमम कह रहे इस तो ज़्यादा ही होणगियां 500,000 5-6 लाख तो घट मस्जिदां नहीं होणगियां इंडिया दे विच। सो मुस्लिम कम्यूनिटी ने भी कहा कि असीं क्यों ना कोई यूनिवर्सिटी बना लीए, कोई बड़ा हॉस्पिटल बना लीए। सो हुण उत्थे 500 बैड का 500 बैड का एक हॉस्पिटल भी बनाया जा रहा, मस्जिद भी बनाई जा रही है, जिहड़ी क्योंकि ज़मीन तो सरकारी ज़मीन है, क्योंकि कोर्ट ने ऑर्डर देते कि 5 एकड़ जमीन इन्हां नूं एलोकेट की जाए, प्रोमिनेंट लोकेशन इन अयोध्या। कोई वधिया ये नहीं कि तुसीं कह दो जी इत्थों बाहर किते दे देंगे, नहीं, प्रोमिनेंट लोकेशन इन अयोध्या दी जाए। और मुस्लिम कम्यूनिटी ये भी गल कह रही है कि जे अज एयरपोर्ट बन गया है, एयरपोर्ट का इस्तेमाल तो सारे ही कर सकते हैं, कल नूं जे इत्थे कोई वधिया चीज़ अयोध्या दे विच बनाई जाती है, यूनिवर्सिटी बनाने, हॉस्पिटल बनाने, मस्जिद बनाने, तो साडे कोल एयरपोर्ट भी चंगा बन चुका, तो सारे यूज़ करनगे। सड़कां वधिया बन गई ने, हाईवेज़ वधिया बन गए ने, रेलवे स्टेशन वधिया बन गया, होटल्स अमेरिका तो रेडिसन ग्रुप उत्थे होटल खोल रहे हैं, टाटा ग्रुप उत्थे खोल रहा है, ITC और दुबई के ग्रुप उत्थे खोल रहे हैं, बड़ा कुछ उत्थे हो रहा है। सो मुस्लिम ग्रुप कह रहे हैं कि असी भी इस तरक्की का जिहड़ा हिस्सा है असी भी जरूर बनीए, और जो ये सारा कुछ हो रहा, हाँ कंसेंसस उन्होंने थोड़ा जिहा पिछे सीगा कि असी इत्थे करना की है, लेकिन हुण कह रहे हैं कि मई दे विच उत्थे भी जिहड़ी है कंस्ट्रक्शन शुरू हो जाएगी उस एरिया दे विच भी। लेकिन सरकार वालों होर मदद की उम्मीद है, क्योंकि जिहड़ा मंदिर बनया है, मंदिर किद्दां बनया, सरकार का कोई पैसा नहीं लगा, ये गवर्नमेंट का कोई टैक्स पेयर का कोई पैसा नहीं गया। जदों उन्होंने मंदिर बनाने की गल की तो उन्होंने डोनेशन की डिमांड की, डोनेशनस इन्नियां ज़्यादा आईयां कि जिहड़ा ट्रस्ट सीगा उन्होंने पंजाब एंड सिंध बैंक या स्टेट बैंक ऑफ इंडिया जिथे अकाउंट खुलाया, इंटरस्ट भी उस तो काफ़ी मिले उन्होंने। सो डोनेशनस तो इंटरस्ट और डोनेशनस के जरिए ही सारा सिलसिला हो गया, गवर्नमेंट का कोई पैसा नहीं लग्या। लेकिन जिहड़ा मस्जिद वाला एरिया है उत्थे हजे मंग चल रही है कि यस इत्थे भी कोई सरकार भी मदद कर दे या होर ज़्यादा डोनेशनस भी जो उस एरिया मिल जाए। सो एक तो ये चीज़ का ख्याल रखना होएगा कि सारिਆਂ ਨੂੰ नाल लैके चलना पएगा। सो इंडिया की यही ईथोस आ, यही इंडिया की खूबसूरती है, और यही हिंदू धर्म की भी खूबसूरती है
कि तुसी चाहे भगवान श्री राम जी नूं मन लो, चाहे तुसी शिव जी नूं मन लो, चाहे तुसी हनुमान जी नूं मनो, पर एक खूबसूरती बरकरार रखनी पएगी कि जी हाँ जी सारिਆਂ ਨੂੰ, ताकि किसी ਨੂੰ ऐसा ना लगे कि ਉਹਨਾਂ ਨੂੰ एक्सक्लूड किया जा रहा है। एक तो ये चीज़ बड़ी जरूरी है। दूसरी चीज़ की है कि यस ये सारिਆਂ ने मुबारकबाद देती, असी वाई मीडिया ग्रुप वालों मुबारकबाद देती, ठीक है जी राम मंदिर बन गया, चंगी गल है। लेकिन इस तो अगे ਜਿਹੜੀਆਂ बहुत सारे चैलेंजेस आ रहे हैं, जो अगलियां इलैक्शनस आ रही ने, जो अज असी सवाल भी पूछ रहे हैं, ठीक है नहीं, जो अज असी सवाल भी पूछ रहे हैं कि आखिरकार यह किते ऐसा ना होए कि कल्ले राम मंदिर के आधार के उत्ते वोटां पै जाण। डिवेलपमेंट बड़ा इंपॉर्टेंट इशू है, इन्फ्लेशन महंगाई बड़ा इंपॉर्टेंट इशू है, अनएम्पलॉयमेंट, लोगों को नौकरियां भी चाहिए हैं, हैल्थ केयर, एजुकेशन, ये सारिया चीज़ां जो आम जनजीवन को उत्थे प्रभावित करदियां डे टू डे बेसिस ते उन्हां दे उत्ते होर फोकस रहे। मैं ऐसा नहीं कहना चाहता कि कोई काम नहीं हो रहा, काम उत्थे हो रहा, पर होर काफ़ी वधिया काम किया जा सकता है और यही एक इशू ना बन जाए। और एक होर इंपॉर्टेंट चीज़ जो मैं देख रहा हाँ कि किते ना किते एक समय हुंदा सीगा वाजपेयी साहब के टाइम के उत्ते, जदों अब्दुल कलाम साहब उत्थे आए तो श्रीमती इंदिरा गांधी जी ने इंट्रोड्यूस कराया वाजपेयी साहब नूं कि आ लो जी ये अपने साडे मिसाइल मैन ने, ये साडे साइंटिस्ट ने, न्यूक्लियर वैपन भी सारे जानते, उन्होंने दी देन है। मिसाइल मैन कहा जाता सी APJ अब्दुल कलाम साहब नूं। तो वाजपेयी साहब उन्होंने जफ्फी पाउण लगे तो श्रीमती इंदिरा गांधी जी ने कहा कि ये मुस्लिम है, कहते जी कोई फर्क नहीं पड़ता जी। ये उन्हों की सोच सी। और वाजपेयी साहब ने APJ अब्दुल कलाम साहब नूं जदों फोन किया, बीजेपी की सरकार, वाजपेयी साहब की सरकार, उन्होंने एक मुस्लिम शख्स को फोन किया कि तुसी देश के राष्ट्रपति बनाने जा रहे हैं तुहानूं असीं। APJ अब्दुल कलाम साहब ने कहा कि मैं सोच के फिर तुहानूं थोड़ी देर कॉल करदा है। वाजपेयी साहब ने कहा कलाम साहब नहीं, अब्दुल कलाम साहब इंडिया के राष्ट्रपति तुसी बनना है, सोचण की गल नहीं, बस ये साडी बेनती हुण तुसी एक्सैप्ट करो। सो वो जिहड़ी गल है कि चाहे कोई सिख है, चाहे कोई मुस्लिम है, चाहे कोई क्रिश्चियन है, सारिਆਂ ਨੂੰ नाल लैके ਚੱਲਣ की गल। और ओपोजिशन ਨੂੰ पोलिटिकल ओपोजिशन मनना है, परसनल जो हुण वध गई है। और ਉਹਦੇ ਵਿੱਚ ਆਪਾਂ ਗੱਲ कर सकते हैं कि BJP का अपना तर्क है कि मोदी साहब के खिलाफ बहुत कुछ होया, इस कारण उन्होंने अंदर भी कड़तन है। और ओपोजिशन कहती है कि मोदी साहब अज मनते किसी को कुछ नहीं है, वो ओपोजिशन ਨੂੰ एज अ पोलिटिकल ओपोनेंट घट तो परसनली किते ज़्यादा मनते हैं। सो दोनों का अपना अपना पक्ष है, ਉਹਦੇ ਉੱਤੇ भी जरूर सारे इस प्रोग्राम ਦੇ ਵਿੱਚ ਹੁਣ ਅਸੀਂ ਗੱਲਬਾਤ ਕਰਾਂਗੇ। The biggest South Asian media group, Y Media.